ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ CDP ਦਾ ਪਾਰਟ 6 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਆਪਾਂ ਇਸ ਸੈਸ਼ਨ ਦੇ ਵਿੱਚ ਕਵਰ ਕਰਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ CDP ਦੇ 5 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ MCQ ਕਵਰ ਕਰੇ ਨੇ। ਤਾਂ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਪੰਜਾਬ GK, ਮਾਡਰਨ ਹਿਸਟਰੀ, ਪੋਲਿਟੀ, ਜੋਗਰਾਫੀ ਅਤੇ CDP। ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਆਪਣੇ ਕੋਲ ਔਨ ਦੀ ਵੇ ਹੈ। ਠੀਕ ਹੈ ਜੀ। ਤਾਂ ਇਹ ਜਿਹੜੇ ਆਪਣੇ CDP ਦੇ ਸੈਸ਼ਨ ਨੇ ਸਾਰੇ ਤੁਹਾਡੇ ਲਈ ਲਗਾਉਣੇ ਬਹੁਤ ਇੰਪੋਰਟੈਂਟ ਨੇ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ PS ਸਟੈਟ ਦੇ ਵਿੱਚ। ਠੀਕ ਹੈ। ਅਤੇ ਆਉਣ ਵਾਲੇ ਜਿੰਨੇ ਵੀ CDP ਦੇ ਨਾਲ ਰਿਲੇਟਡ ਐਗਜ਼ਾਮ ਨੇ। ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਬਹੁਤ ਇੰਪੋਰਟੈਂਟ ਰਹਿਣ ਵਾਲਾ। ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਕੁਐਸਚਨ ਦੇ ਵਿੱਚੋਂ ਤੁਹਾਨੂੰ ਕੋਈ ਵੀ ਕੁਐਸਚਨ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਤੋਂ। ਤਾਂ ਖਿਡੌਣਿਆਂ ਦੀ ਉਮਰ ਕਿਹੜੀ ਹੈ? ਜਿਹੜਾ ਪਹਿਲਾ ਆਪਣਾ ਕੁਐਸਚਨ ਹੈ ਉਹ ਖਿਡੌਣਿਆਂ ਦੀ ਉਮਰ ਕਿਹੜੀ ਹੈ? ਵਿਚ ਇਜ਼ ਦੀ ਟੋਏ ਏਜ। ਟੋਏ ਏਜ ਆਪਾਂ ਕਿਹੜੀ ਏਜ ਨੂੰ ਕਹਿੰਦੇ ਹਾਂ? ਅਡੋਲੇਸੈਂਸ, ਇਨਫੈਂਸੀ, ਅਰਲੀ ਚਾਈਲਡਹੁੱਡ ਜਾਂ ਲੇਟਰ ਚਾਈਲਡਹੁੱਡ। ਠੀਕ ਹੈ ਜੀ। ਤਾਂ ਟੋਏ ਏਜ ਆਪਣੀ ਕਿਹੜੀ ਏਜ ਹੁੰਦੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ। CDP ਦੇ ਆਪਣੇ ਕੰਟੀਨਿਊ ਸਾਰੇ ਸੈਸ਼ਨ ਤੁਸੀਂ ਲਗਾਓ। ਠੀਕ ਹੈ। ਇੱਕ ਕੁਐਸਚਨ ਤੁਹਾਡੇ ਲਈ ਆਪਾਂ ਸਿਲੈਕਟਡ ਕੁਐਸਚਨ ਰੱਖਿਆ ਹੋਇਆ, ਜਿਹੜਾ ਕੁਐਸਚਨ ਕਿ ਵਾਰ-ਵਾਰ ਪੇਪਰਾਂ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਹੈ। ਠੀਕ ਹੈ ਜੀ। ਤਾਂ ਇਹ ਕੁਐਸਚਨ ਤੁਹਾਨੂੰ ਬਹੁਤ ਫਾਇਦਾ ਦੇਣਗੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਅਰਲੀ ਚਾਈਲਡਹੁੱਡ ਉਹ ਆਪਣੀ ਏਜ ਹੈ, ਜਿਹੜੀ ਕਿ ਟੋਏ ਏਜ ਦੇ ਨਾਮ ਨਾਲ ਵੀ ਆਪਾਂ ਜਿਹਨੂੰ ਜਾਣਦੇ ਹਾਂ। ਟੋਏ ਏਜ ਵੀ ਆਪਾਂ ਇਹਨੂੰ ਕਹਿੰਦੇ ਹਾਂ, ਅਰਲੀ ਚਾਈਲਡਹੁੱਡ। ਇਹ ਕਿਹੜੀ ਏਜ ਹੈ? 2 ਤੋਂ 7 ਸਾਲ ਦੀ ਜਿਹੜੀ ਉਮਰ ਹੈ, ਇਹਦੇ ਵਿੱਚ ਬੱਚੇ ਦਾ ਖਿਡੌਣਿਆਂ ਨਾਲ ਬਹੁਤ ਪਿਆਰ ਹੁੰਦਾ। ਇਹਨੂੰ ਟੋਏ ਏਜ ਵੀ ਕਿਹਾ ਜਾਂਦਾ, ਖਿਡੌਣਿਆਂ ਨਾਲ ਖੇਡਦਾ ਉਹ। ਠੀਕ ਹੈ ਜੀ। ਤਾਂ ਇਹ ਆਪਾਂ ਜਾਣਦੇ ਹਾਂ। ਤਾਂ ਇਹ ਕਿਹੜੀ ਉਮਰ ਹੈ? ਅਰਲੀ ਚਾਈਲਡਹੁੱਡ, 2 ਤੋਂ 7 ਸਾਲ ਦੀ ਉਮਰ। ਠੀਕ ਹੈ। ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸਪੈਸ਼ਲ ਬੱਚੇ ਵਾਲਾ ਗੁਣ ਨਹੀਂ ਹੈ? ਵਿਚ ਇਜ਼ ਨਾਟ ਅ ਸਾਈਨ ਆਫ ਗਿਫਟਡ ਚਾਈਲਡ। ਕਰਿਓਸਿਟੀ, ਕ੍ਰੀਏਟੀਵਿਟੀ, ਇੰਟਰਸਟ ਇਨ ਰੀਡਿੰਗ, ਪੂਅਰ ਰਿਲੇਸ਼ਨ ਵਿਦ ਪੀਅਰਸ। ਠੀਕ ਹੈ। ਉਤਸੁਕਤਾ ਜਾਣੀ ਕਿ ਇਹ ਹੁੰਦੀ ਹੈ ਜਾਣਨ ਦੀ ਇੱਛਾ, ਕਿਸੇ ਵੀ ਚੀਜ਼ ਨੂੰ ਜਾਣਨ ਦੀ ਇੱਛਾ। ਰਚਨਾਤਮਕਤਾ, ਠੀਕ ਹੈ ਜੀ, ਪੜ੍ਹਨ ਵਿੱਚ ਰੁਚੀ ਜਾਂ ਹਾਣੀਆਂ ਨਾਲ ਕੱਚਾ ਰਿਸ਼ਤਾ। ਠੀਕ ਹੈ। ਅਤੇ ਇਹਨਾਂ ਵਿੱਚੋਂ ਸਪੈਸ਼ਲ ਬੱਚੇ ਵਾਲਾ ਗੁਣ ਨਹੀਂ ਹੈਗਾ। ਗਿਫਟਡ ਚਾਈਲਡ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਗੁਣ ਨਹੀਂ ਪਾਇਆ ਜਾਂਦਾ? ਠੀਕ ਹੈ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ PS ਸਟੈਟ ਦੇ ਵਿੱਚ, ਜੇਕਰ ਪੇਪਰ ਦਾ ਲੈਵਲ ਹੈ ਜਿਹੜਾ ਉਹ ਮੋਡਰੇਟ ਆਉਂਦਾ। ਠੀਕ ਹੈ। ਪਿਛਲੀ ਵਾਰ ਦੀ ਤਰ੍ਹਾਂ ਪਿਛਲੀ ਵਾਰ ਜਿਹੜੀ CDP ਹੈ ਉਹ ਕਾਫੀ ਮੋਡਰੇਟ ਲੈਵਲ ਦੀ ਪਾਈ ਸੀ। ਤਾਂ ਜੇਕਰ ਇਸ ਵਾਰ ਵੀ ਮੋਡਰੇਟ ਲੈਵਲ ਦੀ ਆਉਂਦੀ ਹੈ ਤਾਂ ਤੁਹਾਨੂੰ ਇਹੋ ਜਿਹੇ ਕੁਐਸਚਨ ਆਪਣੇ ਸੈਸ਼ਨ ਦੇ ਵਿੱਚੋਂ ਤੁਹਾਨੂੰ ਬਹੁਤ ਕੁਐਸਚਨ CDP ਦੇ ਵਿੱਚ ਦੇਖਣ ਨੂੰ ਮਿਲਣਗੇ। ਠੀਕ ਹੈ ਜੀ। ਤਾਂ ਉਹ ਕਿਹੜਾ ਸਾਈਨ ਹੈ ਜਿਹੜਾ ਇਹਦੇ ਵਿੱਚ ਨਹੀਂ ਪਾਇਆ ਜਾਂਦਾ ਗਿਫਟਡ ਚਾਈਲਡ ਦੇ ਵਿੱਚ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 4, ਪੂਅਰ ਰਿਲੇਸ਼ਨ ਵਿਦ ਪੀਅਰਸ, ਹਾਣੀਆਂ ਨਾਲ ਕੱਚਾ ਰਿਸ਼ਤਾ। ਤਾਂ ਇਹੋ ਜਿਹਾ ਕੁਛ ਨਹੀਂ ਹੁੰਦਾ ਜਿਹੜਾ ਗਿਫਟਡ ਚਾਈਲਡ ਹੁੰਦਾ ਆਪਣਾ। ਹਾਂ, ਕਰਿਓਸਿਟੀ ਹੁੰਦੀ ਹੈ ਉਹ 'ਚ, ਉਤਸੁਕਤਾ ਹੁੰਦੀ ਹੈ, ਹਰ ਇੱਕ ਚੀਜ਼ ਨੂੰ ਜਾਣਨਾ ਚਾਹੁੰਦਾ ਹੋ ਕਿ ਇਹ ਕੀ ਚੀਜ਼ ਹੈ। ਠੀਕ ਹੈ। ਕ੍ਰੀਏਟੀਵਿਟੀ ਵੀ ਹੁੰਦੀ ਹੈ ਉਹਦੇ ਵਿੱਚ। ਠੀਕ ਹੈ। ਕਿਉਂਕਿ ਹਰ ਇੱਕ ਚੀਜ਼ ਉਹ ਕ੍ਰੀਏਟਿਵ ਮਾਈਂਡ ਵਾਲਾ ਹੁੰਦਾ ਉਹ। ਠੀਕ ਹੈ। ਪੜ੍ਹਨ ਦੇ ਵਿੱਚ ਤਾਂ ਉਹਦੀ ਓਬਵੀਅਸ ਹੈ ਕਿ ਰੁਚੀ ਹੁੰਦੀ ਹੈ। ਠੀਕ ਹੈ। ਬਟ ਹਾਣੀਆਂ ਨਾਲ ਕੱਚਾ ਰਿਸ਼ਤਾ ਇਹ ਉਹਦਾ ਕੋਈ ਸਾਈਨ ਨਹੀਂ ਹੈਗਾ। ਠੀਕ ਹੈ। ਹਾਣੀਆਂ ਨਾਲ ਕੱਚਾ ਰਿਸ਼ਤਾ ਇਹੋ ਜਿਹਾ ਉਹਦੇ ਵਿੱਚ ਕੁਛ ਨਹੀਂ ਪਾਇਆ ਜਾਂਦਾ, ਤਾਂ ਇਹ ਇਹਦਾ ਕੋਈ ਗੁਣ ਨਹੀਂ ਹੈਗਾ। ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਤੱਤ ਬੱਚੇ ਦੀ ਗੁਣਵੱਤਾ ਅਤੇ ਚਰਿੱਤਰ ਵਿੱਚ ਬਦਲਾਅ ਆਉਣ ਦਾ ਇਸ਼ਾਰਾ ਕਰਦਾ ਹੈ? ਵਿਚ ਇੰਡੀਕੇਟਸ ਦੀ ਚੇਂਜ ਇਨ ਦੀ ਕੁਆਲਿਟੀ ਔਰ ਕੈਰੈਕਟਰ ਆਫ ਅ ਚਾਈਲਡ। ਠੀਕ ਹੈ। ਤਾਂ ਇਹ ਤੁਸੀਂ ਕੁਐਸਚਨ ਹੈ ਜਿਹੜਾ ਉਹ ਬਹੁਤ ਧਿਆਨ ਨਾਲ ਕਰਨਾ ਹੈ। ਤਾਂ ਇਹ ਆਪਾਂ ਕਿਹਨੂੰ ਕਹਿੰਦੇ ਹਾਂ? ਜਦੋਂ ਬੱਚੇ ਦੇ ਵਿੱਚ ਗੁਣ ਆਉਂਦੇ ਨੇ ਅਤੇ ਉਹਦਾ ਕਰੈਕਟਰ ਹੈ ਜਿਹੜਾ ਉਹ ਅੱਗੇ ਨਿਖਰ ਕੇ ਆਉਂਦਾ, ਤਾਂ ਇਹ ਕਿਹੜਾ ਗੁਣ ਹੈ? ਗਰੋਥ ਹੈ, ਡਿਵੈਲਪਮੈਂਟ ਹੈ, ਹੈਰੀਡਿਟੀ ਹੈ ਜਾਂ ਲਰਨਿੰਗ ਹੈ? ਤਾਂ ਇਹਨਾਂ ਵਿੱਚੋਂ ਕਿਹੜਾ ਤੱਤ ਹੈ ਜਿਹੜਾ ਇਹ ਚੀਜ਼ਾਂ ਬੱਚੇ ਦੇ ਵਿੱਚ ਲੈ ਕੇ ਆਉਂਦਾ? ਉਹਦੀ ਮਤਲਬ ਜਿਹੜੀ ਕੁਆਲਿਟੀ ਹੈ ਉਹ ਵੱਧਦੀ ਹੈ ਅਤੇ ਉਹਦੇ ਕਰੈਕਟਰ ਦੇ ਵਿੱਚ ਇੱਕ ਬਦਲਾਅ ਆਉਂਦਾ। ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਡਿਵੈਲਪਮੈਂਟ ਆਪਾਂ ਉਹਨੂੰ ਕਹਿੰਦੇ ਹਾਂ, ਵਿਕਾਸ ਉਹਨੂੰ ਕਹਿੰਦੇ ਹਾਂ। ਵਾਧਾ ਆਪਾਂ ਉਹਨੂੰ ਨਹੀਂ ਕਹਿ ਸਕਦੇ। ਵਾਧਾ ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਵਾਧਾ ਕੁਆਲਿਟੀ ਦੇ ਵਿੱਚ ਨਹੀਂ ਹੁੰਦਾ, ਵਾਧਾ ਕੁਆਂਟਿਟੀ ਦੇ ਵਿੱਚ ਹੁੰਦਾ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ। ਇੱਥੇ ਕੁਆਲਿਟੀ ਪੁੱਛਿਆ ਗਿਆ ਆਪਣੇ ਤੋਂ। ਕੁਆਲਿਟੀ ਕਿਹਦੇ ਵਿੱਚ ਹੁੰਦੀ ਹੈ?
ਡਿਵੈਲਪਮੈਂਟ ਦੇ ਵਿੱਚ ਹੁੰਦੀ ਹੈ, ਵਿਕਾਸ ਦੇ ਵਿੱਚ ਹੁੰਦੀ ਹੈ। ਠੀਕ ਹੈ, ਕੁਆਂਟਿਟੀ ਹੁੰਦੀ ਹੈ ਵਾਧੇ ਦੇ ਵਿੱਚ। ਠੀਕ ਹੈ, ਜਿਹੜੀ ਗਰੋਥ ਹੁੰਦੀ ਹੈ ਇਹ ਆਪਣੀ ਕੁਆਂਟਿਟੀ ਦੇ ਨਾਲ ਰਿਲੇਟਡ ਹੁੰਦੀ ਹੈ, ਅਤੇ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਆਪਣੀ ਕੁਆਲਿਟੀ ਦੇ ਨਾਲ ਰਿਲੇਟਡ ਹੁੰਦੀ ਹੈ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਦੀ ਇੱਕ ਪੱਖੀ ਧਾਰਨਾ ਕਿਸ ਨੇ ਦਿੱਤੀ ਹੈ? ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਇਜ਼ ਗਿਵਨ ਬਾਏ ਹੋਮ। ਠੀਕ ਹੈ ਜੀ, ਜੀਨ ਪਿਆਜ਼ੇ, ਕੋਹਲਬਰਗ, ਬਿਨੈ ਜਾਂ ਵਾਈਗੋਸਕੀ। ਤਾਂ ਇੱਕ ਆਪਾਂ ਡਬਲ ਫੈਕਟਰ ਯਾਨੀ ਕਿ ਡੂਅਲ ਫੈਕਟਰ ਪੜ੍ਹੀ ਸੀਗੀ। ਠੀਕ ਹੈ, ਤਾਂ ਉਹ ਕਿਹਨੇ ਦਿੱਤੀ ਸੀ? ਉਹ ਆਪਾਂ ਪਿਛਲੇ ਸੈਸ਼ਨ ਦੇ ਵਿੱਚ ਕਵਰ ਕਰਕੇ ਗਏ ਹਾਂ ਸਾਰੇ। ਇਹ ਜਿੰਨੀਆਂ ਵੀ ਥਿਊਰੀਜ਼ ਨੇ, ਜਿੰਨੀਆਂ ਟਰਮਸ ਨੇ, ਪਿਛਲੇ ਆਪਣੇ ਸਾਰੇ ਸੈਸ਼ਨ ਤੁਸੀਂ ਰੈਗੂਲਰ ਲਗਾਓ। ਠੀਕ ਹੈ, ਉਹਨਾਂ ਵਿੱਚ ਆਪਾਂ ਸਾਰੀਆਂ ਥਿਊਰੀਜ਼ ਅਤੇ ਮਤਲਬ ਜਿਹੜੀਆਂ ਟਰਮਸ ਨੇ ਉਹ ਡਿਸਕਸ ਕੀਤੀਆਂ ਨੇ। ਠੀਕ ਹੈ, ਤਾਂ ਜਿਹੜੀ ਇੱਕ ਪੱਖੀ ਧਾਰਨਾ ਇਹ ਕਿਹਨੇ ਦਿੱਤੀ ਹੈ? ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਇਜ਼ ਗਿਵਨ ਬਾਏ। ਤਾਂ ਜਿਹੜੀ ਡੂਅਲ ਫੈਕਟਰ ਦਿੱਤੀ ਹੈ ਉਹ ਦਿੱਤੀ ਆਪਾਂ ਨੂੰ ਸਪੀਅਰਮੈਨ ਨੇ। ਠੀਕ ਹੈ, ਆਪਾਂ ਪੜ੍ਹ ਕੇ ਆਏ ਹਾਂ ਪਿਛਲੇ ਸੈਸ਼ਨ ਦੇ ਵਿੱਚ। ਜਿਹੜੀ ਸਿੰਗਲ ਫੈਕਟਰ ਹੈ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਇੱਕ ਪੱਖੀ ਧਾਰਨਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਬਿਨੈ ਨੇ ਦਿੱਤੀ ਇਹ ਆਪਾਂ ਨੂੰ, ਬਿਨੈ। ਠੀਕ ਹੈ, ਤਾਂ ਬਿਨੈ ਨੇ ਇਹ ਆਪਾਂ ਨੂੰ ਧਾਰਨਾ ਦਿੱਤੀ ਹੈ, ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬਹੁ ਬੁੱਧੀ ਦੀ ਧਾਰਨਾ ਕਿਸ ਨੇ ਦਿੱਤੀ ਹੈ? ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਇਜ਼ ਗਿਵਨ ਬਾਏ ਹੂਮ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁ ਬੁੱਧੀ। ਠੀਕ ਹੈ, ਤਾਂ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਇਹ ਜਿਹੜੀ ਆਪਣੀ ਟਰਮ ਹੈ ਇਹ ਕਿਹਨੇ ਦਿੱਤੀ ਆਪਾਂ ਨੂੰ? ਇਹ ਥਿਊਰੀ ਕਿਸ ਨੇ ਦਿੱਤੀ ਹੈ? ਵਾਈਗੋਸਕੀ, ਗਾਰਡਨਰ, ਜੀਨ ਪਿਆਜ਼ੇ ਜਾਂ ਕੋਹਲਬਰਗ। ਇਹੋ ਜਿਹੀਆਂ ਥਿਊਰੀਜ਼, ਇਹੋ ਜਿਹੀਆਂ ਟਰਮਸ ਤੁਹਾਨੂੰ ਪੁੱਛੀਆਂ ਜਾਣਗੀਆਂ। ਪੇਪਰ ਦਾ ਲੈਵਲ ਜੇਕਰ ਮੋਡਰੇਟ ਆਉਂਦਾ, ਠੀਕ ਹੈ। ਵੈਸੇ ਜਿਹੜੇ ਸਿੰਪਲ ਕੁਐਸਚਨ ਆਪਣੀ ਕਾਮਨ ਸੈਂਸ 'ਤੇ ਬੇਸਡ ਹੁੰਦੇ ਨੇ, ਉਹ ਆਪਾਂ ਇੱਥੇ ਜਿਹੜੇ ਜ਼ਿਆਦਾ ਹੀ ਸਿੰਪਲ ਹੁੰਦੇ ਨੇ ਉਹ ਹੀ ਆਪਾਂ ਆਪਣੀ ਕਲਾਸ ਦੇ ਵਿੱਚ ਡਿਸਕਸ ਕਰਦੇ, ਕਿਉਂਕਿ ਉਹ ਹਰ ਇੱਕ ਬੱਚੇ ਨੂੰ ਆਉਂਦੇ ਹੁੰਦੇ ਨੇ। ਠੀਕ ਹੈ, ਤਾਂ ਆਪਾਂ ਜਿਹੜੇ ਮੋਡਰੇਟ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਗਲਤੀ ਕਰਨ ਦੀ ਸੰਭਾਵਨਾ ਤੁਹਾਡੀ ਰਹਿੰਦੀ ਹੈ, ਉਹ ਸਾਰੇ ਕੁਐਸਚਨ ਆਪਾਂ ਆਪਣੇ ਸੈਸ਼ਨ ਦੇ ਵਿੱਚ ਡਿਸਕਸ ਕਰਦੇ ਹਾਂ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਗਾਰਡਨਰ ਨੇ ਆਪਾਂ ਨੂੰ ਇਹ ਥਿਊਰੀ ਦਿੱਤੀ ਹੈ। ਬਹੁਬੁੱਧੀ ਜਿਹੜੀ ਮਲਟੀਪਲ ਇੰਟੈਲੀਜੈਂਸ ਦੀ ਜਿਹੜੀ ਧਾਰਨਾ ਆਪਾਂ ਨੂੰ ਦਿੱਤੀ ਹੈ, ਉਹ ਦਿੱਤੀ ਆਪਾਂ ਨੂੰ ਗਾਰਡਨਰ ਨੇ। ਇਹ ਤੁਸੀਂ ਯਾਦ ਰੱਖਣਾ, ਗਾਰਡਨਰ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਮਾਜਿਕ ਰਚਨਾਤਮਕਤਾ ਦਾ ਸਿਧਾਂਤ ਕਿਸ ਦਾ ਹੈ? ਥਿਊਰੀ ਆਫ ਸੋਸ਼ਲ ਕੰਸਟਰਕਟਿਵਿਜ਼ਮ ਇਜ਼ ਗਿਵਨ ਬਾਏ। ਸੋਸ਼ਲ ਕੰਸਟਰਕਟਿਵਿਜ਼ਮ ਜਿਹੜੀ ਧਾਰਨਾ ਇਹ ਆਪਾਂ ਨੂੰ ਕਿਸ ਨੇ ਦਿੱਤੀ ਹੈ? ਵਾਈਗੋਸਕੀ, ਜੀਨ ਪਿਆਜੇ, ਕੋਹਲਬਰਗ ਜਾਂ ਬਿਨੈ। ਠੀਕ ਹੈ, ਇਹੋ ਜਿਹੀਆਂ ਤੁਹਾਨੂੰ ਜਿਹੜੀਆਂ ਥਿਊਰੀਜ਼ ਨੇ ਉਹ ਪੁੱਛੀਆਂ ਜਾਣਗੀਆਂ ਟੈਟ ਦੇ ਵਿੱਚ। ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ। ਠੀਕ ਹੈ, ਯਾਦ ਕਰਨ ਦੇ ਲਈ ਵੀਡੀਓ ਨੂੰ 2-3 ਵਾਰ ਰਿਵਾਈਜ਼ ਕਰ ਲਿਆ ਕਰੋ। ਠੀਕ ਹੈ, ਕਿਉਂਕਿ ਰਿਵੀਜ਼ਨ ਆਪਣੀ ਸਭ ਤੋਂ ਮੇਨ ਆਪਣਾ ਮੂਲ ਮੰਤਰ ਹੁੰਦਾ ਹੈ, ਰਿਵੀਜ਼ਨ ਆਪਣੀ ਯਾਦ ਕਰਨ ਦਾ। ਠੀਕ ਹੈ, ਦੁਹਰਾਈ ਜੇ ਆਪਾਂ ਕਰਾਂਗੇ ਤਾਂ ਆਪਣੇ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਯਾਦ ਹੁੰਦੀ ਹੈ। ਤਾਂ ਸਮਾਜਿਕ ਰਚਨਾਤਮਕਤਾ ਦਾ ਸਿਧਾਂਤ ਕਿਹਦਾ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਵਾਈਗੋਸਕੀ। ਇਹਦਾ ਤੁਹਾਨੂੰ ਮੈਂ ਇੱਕ ਸਿੰਪਲ ਫੰਡਾ ਦੱਸਦਾ ਕਿ ਜਿੱਥੇ ਸਮਾਜ, ਸੋਸ਼ਲ ਜਿੱਥੇ ਸ਼ਬਦ ਆ ਗਿਆ ਉੱਥੇ ਵਾਈਗੋਸਕੀ ਹੀ ਆਊਗਾ। ਠੀਕ ਹੈ, ਕਿਉਂਕਿ ਸਮਾਜ ਦੀ ਗੱਲ ਵਾਈਗੋਸਕੀ ਜ਼ਿਆਦਾ ਕਰਦਾ ਹੈ। ਠੀਕ ਹੈ, ਜਿਹੜਾ ਵਾਈਗੋਸਕੀ ਹੈ ਉਹ ਸਮਾਜ ਦੀ ਗੱਲ ਕਰਦਾ ਹੈ। ਸੋਸ਼ਲ ਹੋ ਗਿਆ, ਠੀਕ ਹੈ, ਸੋਸ਼ਲ ਜਿਹੜਾ ਸ਼ਬਦ ਹੈ ਉਹ ਵਾਈਗੋਸਕੀ ਨਾਲ ਹੀ ਰਿਲੇਟਡ ਆਊਗਾ। ਜਿੱਥੇ ਤੁਹਾਨੂੰ ਸਮਾਜਿਕ ਸ਼ਬਦ ਦਿਸ ਗਿਆ ਤਾਂ ਉੱਥੇ ਜੇ ਵਾਈਗੋਸਕੀ ਆਪਣੇ ਆਪਸ਼ਨ ਦੇ ਵਿੱਚ ਹੋਇਆ ਤਾਂ ਵਾਈਗੋਸਕੀ ਹੀ ਟਿਕ ਕਰਨਾ। ਠੀਕ ਹੈ ਜੀ, ਤਾਂ ਸਮਾਜਿਕ ਰਚਨਾਤਮਕਤਾ ਦਾ ਸਿਧਾਂਤ, ਸੋਸ਼ਲ ਕੰਸਟਰਕਟਿਵਿਜ਼ਮ ਦਾ ਜਿਹੜਾ ਸਿਧਾਂਤ ਹੈ ਇਹ ਦਿੱਤਾ ਹੈਗਾ ਵਾਈਗੋਸਕੀ ਨੇ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣਾ ਬੌਧਿਕ ਵਿਕਾਸ ਉੱਤੇ ਨਿਰਭਰ ਕਰਦਾ ਹੈ। ਲਰਨਿੰਗ ਡਿਪੈਂਡਸ ਅਪੋਨ ਕੋਗਨੀਟਿਵ ਡਿਵੈਲਪਮੈਂਟ। ਕਦੋਂ ਕਰਦਾ ਹੈ? ਆਲਵੇਜ਼ ਕਰਦਾ ਹੈ, ਸਮ ਟਾਈਮ ਕਰਦਾ ਹੈ, ਨੈਵਰ ਕਰਦਾ ਹੈ ਜਾਂ ਇਨ ਕੈਲਕੂਲੇਸ਼ਨ ਦੇ ਵਿੱਚ ਕਰਦਾ ਹੈ। ਤਾਂ ਜਿਹੜਾ ਸਿੱਖਣਾ ਆਪਣਾ, ਜਿਹੜਾ ਆਪਣਾ ਲਰਨਿੰਗ ਪ੍ਰੋਸੈਸ ਹੈ ਉਹ ਆਪਣੇ ਬੌਧਿਕ ਵਿਕਾਸ 'ਤੇ ਨਿਰਭਰ ਕਰਦਾ ਹੈ। ਠੀਕ ਹੈ, ਇਹ ਕਦੋਂ ਕਰਦਾ ਹੈ? ਹਮੇਸ਼ਾ ਹੀ ਕਰਦਾ ਹੈ ਜਾਂ ਕਦੇ ਕਦੇ ਕਰਦਾ ਹੈ ਜਾਂ ਕਦੇ ਵੀ ਨਹੀਂ ਕਰਦਾ। ਠੀਕ ਹੈ ਜੀ, ਜਾਂ ਕਿਸੇ ਗਿਣਤੀ ਦੇ ਵਿੱਚ ਜਾਂ ਕਿਸੇ ਗਣਨਾ ਦੇ ਵਿੱਚ ਮਤਲਬ ਕਰਦਾ ਹੈ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਆਲਵੇਜ਼। ਠੀਕ ਹੈ, ਤਾਂ ਆਪਾਂ ਜਾਣਦੇ ਹਾਂ ਕਿ ਜੇ ਆਪਾਂ ਲਰਨਿੰਗ ਕਰਾਂਗੇ, ਜਿਹੜਾ ਸਿੱਖਣਾ ਆਪਣਾ ਉਹ ਹਮੇਸ਼ਾ ਹੀ ਆਪਣਾ ਬੌਧਿਕ ਵਿਕਾਸ ਦੇ ਉੱਤੇ ਨਿਰਭਰ ਕਰਦਾ। ਠੀਕ ਹੈ, ਸਿੱਖਾਂਗੇ ਕਿਵੇਂ? ਜੇ ਆਪਣਾ ਬੌਧਿਕ ਵਿਕਾਸ ਹੋਇਆ ਹੋਊਗਾ, ਜੇ ਆਪਣੀ ਕੋਗਨੀਟਿਵ ਡਿਵੈਲਪਮੈਂਟ ਹੈ ਜਿਹੜੀ ਉਹ ਚੰਗੀ ਤਰ੍ਹਾਂ ਹੋਈ ਹੋਊ ਤਾਂ ਫਿਰ ਹੀ ਆਪਾਂ ਸਿੱਖਾਂਗੇ। ਤਾਂ ਇਹ ਆਲਵੇਜ਼ ਹੀ ਕਰਦਾ, ਆਲਵੇਜ਼ ਇਹਦਾ ਆਨਸਰ ਆਊਗਾ, ਆਲਵੇਜ਼। ਠੀਕ ਹੈ ਜੀ, ਤਾਂ ਆਨਸਰ ਨੰਬਰ 1, ਆਲਵੇਜ਼। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਸਥਾਈ ਸਹਾਇਤਾ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ? ਸਕੈਫੋਲਡਿੰਗ ਵਰਡ ਫਸਟ ਯੂਜ਼ਡ ਬਾਏ ਜੀਨ ਪਿਆਜ਼ੇ, ਕੋਹਲਬਰਗ, ਬਰੂਨਰ ਜਾਂ ਵਾਈਗੋਸਕੀ। ਸਕੈਫੋਲਡਿੰਗ ਆਪਾਂ ਜਾਣਦੇ ਹਾਂ। ਸਕੈਫੋਲਡਿੰਗ ਆਪਾਂ ਪਹਿਲਾਂ ਵਾਲੇ ਸੈਸ਼ਨ ਦੇ ਵਿੱਚ, ਜਿਹੜੇ ਪਿਛਲੇ ਆਪਣੇ 5 ਸੈਸ਼ਨ ਹੋਏ ਨੇ ਉਹਨਾਂ ਦੇ ਵਿੱਚ ਇਹ ਕੁਐਸਚਨ ਆਪਾਂ ਡਿਸਕਸ ਕਰਕੇ ਆਏ ਹਾਂ। ਅਸਥਾਈ ਸਹਾਇਤਾ ਕਿਹੜੀ ਹੁੰਦੀ ਹੈ? ਟੈਂਪਰੇਰੀ ਹੈਲਪ ਹੁੰਦੀ ਹੈ ਇੱਕ ਜਿਹੜੀ ਸਕੈਫੋਲਡਿੰਗ ਹੁੰਦੀ ਹੈ। ਜਿੰਨਾ ਟਾਈਮ ਬੱਚਾ ਸਿੱਖ ਨਹੀਂ ਜਾਂਦਾ, ਜਿਹੜੀ ਆਪਾਂ ਉਨਾ ਟਾਈਮ ਉਹਨੂੰ ਸਹਾਇਤਾ ਦਿੰਦੇ ਹਾਂ ਤਾਂ ਉਹਨੂੰ ਸਕੈਫੋਲਡਿੰਗ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਇਹ ਸ਼ਬਦ ਦੀ ਵਰਤੋਂ ਹੈ ਜਿਹੜੀ ਉਹ ਸਭ ਤੋਂ ਪਹਿਲਾਂ ਕਿਹੜੇ
ਆਪਣੇ ਫਿਲੋਸਫਰ ਨੇ ਕੀਤੀ ਹੈਗੀ, ਜੀਨ ਪਿਆਜ਼ੇ ਨੇ ਕੀਤੀ ਹੈ, ਕੋਹਲਬਰਗ, ਬਰੂਨਰ ਜਾਂ ਵਾਈਗੋਸਕੀ। ਠੀਕ ਹੈ, ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਕੁਐਸਚਨ, ਬਹੁਤ ਇੰਪੋਰਟੈਂਟ ਹੈ। ਆਪਣੇ ਸਾਰੇ ਕੁਐਸਚਨ ਜਿੰਨੇ ਵੀ ਮੈਂ ਇਹਦੇ ਵਿੱਚ ਰੱਖਦਾ ਉਹ ਸਾਰੇ ਰਿਪੀਟ ਹੋਏ ਕੁਐਸਚਨ ਨੇ, ਅਤੇ ਅੱਗੇ ਆਉਣ ਦੀ ਇਹਨਾਂ ਦੀ ਪੂਰੀ ਪੂਰੀ ਸੰਭਾਵਨਾ। ਠੀਕ ਹੈ ਜੀ। ਤਾਂ ਅਸਥਾਈ ਸਹਾਇਤਾ ਜਿਹੜਾ ਸ਼ਬਦ ਹੈ ਇਹਦੀ ਪਹਿਲਾਂ ਵਰਤੋਂ ਕਿਹਨੇ ਕੀਤੀ ਹੈ? ਆਨਸਰ ਨੰਬਰ 3 ਬਰੂਨਰ ਨੇ ਕੀਤੀ ਹੈ। ਠੀਕ ਹੈ ਜੀ, ਬਰੂਨਰ। ਇਹ ਤੁਸੀਂ ਯਾਦ ਰੱਖਿਓ। ਸਕੈਫੋਲਡਿੰਗ ਜਿਹੜਾ ਵਰਡ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਹੈ ਉਹ ਕਿਹਨੇ ਕੀਤਾ ਹੈ? ਬਰੂਨਰ ਨੇ। ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਿਓ, ਇਹ ਪੁੱਛਿਆ ਜਾ ਸਕਦਾ ਕੁਐਸਚਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਕਿਹੜੀ ਅਵਸਥਾ ਹੈ ਜਿਸ ਵਿੱਚ ਬੱਚੇ ਅੱਖਾਂ, ਕੰਨਾਂ ਅਤੇ ਹੱਥਾਂ ਦੁਆਰਾ ਸਿੱਖਦੇ ਨੇ? ਵਿਚ ਆਫ ਦੀ ਫੋਲੋਇੰਗ ਸਟੇਜਸ ਆਰ ਇਨਵੋਲਵਡ ਵੈਨ ਇਨਫੈਂਟਸ ਲਰਨ ਵਿਦ ਆਈਜ਼, ਈਅਰ ਐਂਡ ਹੈਂਡਸ? ਸੈਂਸਰੀ ਮੋਟਰ, ਪ੍ਰੀ ਆਪਰੇਸ਼ਨਲ, ਕੰਕਰੀਟ ਆਪਰੇਸ਼ਨਲ ਜਾਂ ਅਡੋਲੇਸੈਂਸ? ਤਾਂ ਇਹੋ ਜਿਹੀ ਕਿਹੜੀ ਸਟੇਜ ਹੈ ਉਹ ਜਿਹਦੇ ਵਿੱਚ ਬੱਚੇ ਆਪਣੇ ਅੱਖਾਂ, ਕੰਨਾਂ ਜਾਂ ਹੱਥਾਂ ਦੁਆਰਾ ਸਿੱਖਦੇ ਨੇ? ਠੀਕ ਹੈ ਜੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਸੈਂਸਰੀ ਮੋਟਰ। ਸੈਂਸਰੀ ਮੋਟਰ ਜਿਹਨੂੰ ਆਪਾਂ ਕਹਿੰਦੇ ਜਦੋਂ ਸੈਂਸਸ ਦੇ ਰਾਹੀਂ ਸਿੱਖਦੇ ਨੇ ਆਪਣੇ। ਠੀਕ ਹੈ, ਜਿਹੜੀਆਂ ਆਪਣੇ ਗਿਆਨ ਇੰਦਰੀਆਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆਪਣੇ ਸੈਂਸਸ ਹੁੰਦੇ ਨੇ, ਅੱਖ, ਕੰਨ, ਨੱਕ। ਠੀਕ ਹੈ, ਇਹਨਾਂ ਦੁਆਰਾ ਜਦੋਂ ਬੱਚੇ ਸਿੱਖਦੇ ਨੇ ਤਾਂ ਉਹ ਕਿਹੜੇ ਹੁੰਦੇ? ਸੈਂਸਰੀ ਮੋਟਰ। ਤਾਂ ਇਹਦੇ ਨਾਂ ਤੋਂ ਹੀ ਪਤਾ ਲੱਗਦਾ ਕਿ ਇਹ ਸੈਂਸਸ ਦੇ ਥਰੂ ਸਿੱਖ ਰਹੇ ਨੇ ਬੱਚੇ ਜਿਹੜੇ। ਠੀਕ ਹੈ, ਤਾਂ ਇਹ ਕਿਹੜੀ ਸਟੇਜ ਹੁੰਦੀ ਹੈ? ਸੈਂਸਰੀ ਮੋਟਰ ਹੁੰਦੀ ਹੈ। ਠੀਕ ਹੈ, ਤਾਂ ਜਿਹੜੀ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹ ਤੁਸੀਂ ਯਾਦ ਰੱਖਿਓ, ਸੈਂਸਰੀ ਮੋਟਰ ਜਿਹੜੀ ਹੁੰਦੀ ਹੈ ਸਟੇਜ, ਉਹਦੇ ਵਿੱਚ ਬੱਚੇ ਅੱਖਾਂ, ਕੰਨਾਂ ਅਤੇ ਹੱਥਾਂ ਦੁਆਰਾ ਸਿੱਖਦੇ ਨੇ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਪਹਿਲਾਂ ਤੋਂ ਮੌਜੂਦ ਗਿਆਨ ਵਿੱਚ ਹੋਰ ਨਵਾਂ ਗਿਆਨ ਦਾਖਲ ਕਰਨਾ ਕੀ ਕਹਾਉਂਦਾ? ਫਿਟਿੰਗ ਨਿਊ ਸਕੈਮਾ ਇਨ ਐਗਜ਼ਿਸਟਿੰਗ ਨੌਲੇਜ, ਅਸਿਮੀਲੇਸ਼ਨ, ਅਕਮੋਡੇਸ਼ਨ, ਆਰਗੇਨਾਈਜੇਸ਼ਨ ਜਾਂ ਆਲ ਆਫ ਦੀ ਅਬਵ? ਸਮਾਈਕਰਨ, ਰਿਹਾਇਸ਼ ਵਿਵਸਥਾ ਜਾਂ ਸਾਰੇ? ਇੱਕ ਤਾਂ ਆਪਣੇ ਕੋਲ ਪਹਿਲਾਂ ਤੋਂ ਹੀ ਨੌਲੇਜ ਹੈ। ਠੀਕ ਹੈ, ਉਹਦੇ ਵਿੱਚ ਆਪਾਂ ਹੋਰ ਨੌਲੇਜ ਉਹਨੂੰ ਐਨਹਾਂਸ ਕਰ ਰਹੇ ਹਾਂ। ਠੀਕ ਹੈ, ਐਗਜ਼ਿਸਟਿੰਗ ਨੌਲੇਜ ਦੇ ਵਿੱਚ ਆਪਾਂ ਉਹਨੂੰ ਐਡ ਕਰ ਰਹੇ ਹਾਂ। ਸਕੈਮਾ, ਸਕੈਮਾ ਤੁਸੀਂ ਪਤਾ ਕਿ ਸਕੈਮਾ ਸ਼ਬਦ ਕੌਣ ਲੈ ਕੇ ਆਇਆ ਸੀ? ਸਕੈਮਾ ਆਪਾਂ ਪਿਛਲੇ ਸੈਸ਼ਨ ਦੇ ਵਿੱਚ ਆਪਾਂ ਕਰਕੇ ਗਏ ਹਾਂ। ਠੀਕ ਹੈ, ਤਾਂ ਜੀਨ ਪਿਆਜ਼ੇ ਦੁਆਰਾ ਇਹ ਸ਼ਬਦ ਜਿਹੜਾ ਲਿਆਂਦਾ ਗਿਆ ਸੀ ਸਕੈਮਾ। ਸਕੈਮਾ ਕੀ ਹੁੰਦਾ? ਫੋਲਡਰ ਹੁੰਦੇ ਨੇ ਜਿਹੜੇ ਆਪਣੇ ਪਹਿਲਾਂ ਤੋਂ ਜਿਹੜੀ ਨੌਲੇਜ ਦੇ ਫੋਲਡਰ ਅਲੱਗ-ਅਲੱਗ ਆਪਣੇ ਦਿਮਾਗ ਦੇ ਵਿੱਚ ਬਣੇ ਹੋਏ ਨੇ, ਉਹਨੂੰ ਆਪਾਂ ਸਕੈਮਾ ਕਹਿੰਦੇ ਹਾਂ। ਠੀਕ ਹੈ ਜੀ, ਜਿਹੜੇ ਪੈਕੇਟ ਹੁੰਦੇ ਨੇ ਇਨਫੋਰਮੇਸ਼ਨ ਦੇ, ਉਹਨੂੰ ਸਕੈਮਾ ਕਿਹਾ ਜਾਂਦਾ ਹੈਗਾ। ਤਾਂ ਪਹਿਲਾਂ ਤੋਂ ਹੀ ਜਿਹੜਾ ਸਕੈਮਾ ਆਪਣੇ ਦਿਮਾਗ ਦੇ ਵਿੱਚ ਐਡ ਹੈ, ਉਹਦੇ ਵਿੱਚ ਆਪਾਂ ਹੋਰ ਨੌਲੇਜ ਫਿੱਟ ਕਰ ਰਹੇ ਹਾਂ, ਤਾਂ ਉਹਨੂੰ ਕੀ ਕਿਹਾ ਜਾਂਦਾ? ਤਾਂ ਇਹੋ ਜਿਹੀਆਂ ਟਰਮਸ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ, ਬਹੁਤ ਇੰਪੋਰਟੈਂਟ ਨੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਅਸਿਮੀਲੇਸ਼ਨ ਕਿਹਾ ਜਾਂਦਾ ਇਹਨੂੰ। ਠੀਕ ਹੈ, ਸਮਾਈਕਰਨ ਮਤਲਬ ਸਮਾਉਣਾ, ਜਾਣੀ ਕਿ ਜਿਹੜਾ ਪਹਿਲਾਂ ਤੋਂ ਨੌਲੇਜ ਆ ਉਹਦੇ ਵਿੱਚ ਹੋਰ ਨੌਲੇਜ ਸਮਾ ਰਹੀ ਹੈ। ਠੀਕ ਹੈ, ਅਸਿਮੀਲੇਟ ਕਰ ਰਹੇ ਹਾਂ ਆਪਾਂ ਉਹਨੂੰ। ਅਸਿਮੀਲੇਟ ਮਤਲਬ ਉਹਨੂੰ ਐਨਹਾਂਸ ਕਰ ਰਹੇ ਹਾਂ। ਠੀਕ ਹੈ ਜੀ, ਤੈਨੂੰ ਅਸਿਮੀਲੇਸ਼ਨ ਕਿਹਾ ਜਾਂਦਾ ਜਦੋਂ ਪਹਿਲਾਂ ਤੋਂ ਮੌਜੂਦ ਗਿਆਨ ਦੇ ਵਿੱਚ ਹੋਰ ਗਿਆਨ ਐਡ ਕੀਤਾ ਜਾਂਦਾ। ਠੀਕ ਹੈ ਜੀ। ਅਕਮੋਡੇਸ਼ਨ ਹੁੰਦਾ ਕਿ ਆਪਣੇ ਕੋਲ ਇੱਕ ਨੌਲੇਜ ਤਾਂ ਆਪਣੇ ਕੋਲ ਪਹਿਲਾਂ ਪਈ ਹੈ, ਉਹ ਤੋਂ ਇਲਾਵਾ ਇੱਕ ਆਪਾਂ ਹੋਰ ਨੌਲੇਜ ਅਲੱਗ ਤੋਂ ਆਪਾਂ ਐਡ ਕਰ ਰਹੇ ਹਾਂ। ਠੀਕ ਹੈ, ਉਹਦੇ ਵਿੱਚ ਨਹੀਂ ਐਡ ਕਰ ਰਹੇ, ਅਲੱਗ ਤੋਂ ਐਡ ਕਰ ਰਹੇ ਹਾਂ, ਤਾਂ ਉਹਨੂੰ ਕਿਹਾ ਜਾਂਦਾ ਅਕਮੋਡੇਸ਼ਨ। ਠੀਕ ਹੈ, ਆਰਗੇਨਾਈਜੇਸ਼ਨ ਦਾ ਇਹਦੇ ਨਾਲ ਕੋਈ ਆਰਗੇਨਾਈਜ਼ ਕਰਨਾ ਦਾ ਹੁੰਦਾ, ਹਰ ਇੱਕ ਚੀਜ਼ ਨੂੰ ਇੱਕ ਸਿਸਟਮੈਟਿਕ ਆਰਡਰ ਦੇ ਵਿੱਚ ਉਹ ਕਰਨਾ। ਠੀਕ ਹੈ, ਵਿਵਸਥਾ ਕਰਨਾ, ਤਾਂ ਆਰਗੇਨਾਈਜ਼ ਨਹੀਂ ਇਹਦੇ ਵਿੱਚ ਆਉਂਦਾ। ਇਹਦਾ ਆਨਸਰ ਆਊਗਾ ਅਸਿਮੀਲੇਸ਼ਨ। ਠੀਕ ਹੈ ਜੀ, ਤਾਂ ਅਸਿਮੀਲੇਸ਼ਨ ਇਹਦਾ ਸਹੀ ਆਨਸਰ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਿਆਜ਼ੇ ਦੇ ਅਨੁਸਾਰ ਬੱਚੇ ਕਿਸ ਦੁਆਰਾ ਸਿੱਖਦੇ ਹਨ? ਅਕੋਰਡਿੰਗ ਟੂ ਪਿਆਜ਼ੇ, ਚਿਲਡਰਨ ਲਰਨਸ ਬਾਈ ਸਕੈਫੋਲਡਿੰਗ, ਪ੍ਰੋਸੈਸ ਆਫ ਅਡੈਪਸ਼ਨ, ਪ੍ਰੋਸੈਸ ਆਫ ਸੈਲਫ ਕੰਟਰੋਲ, ਆਲ ਆਫ ਦੀ ਅਬਵ? ਪਿਆਜ਼ੇ ਦੇ ਅਨੁਸਾਰ ਕਿਸ ਦੁਆਰਾ ਸਿੱਖਦੇ ਨੇ ਜਿਹੜੇ ਬੱਚੇ ਨੇ? ਤੇ ਤੁਹਾਨੂੰ ਪੁੱਛਿਆ ਜਾ ਸਕਦਾ ਕੁਐਸਚਨ, ਬਹੁਤ ਇੰਪੋਰਟੈਂਟ ਹੈ। ਤਾਂ ਪਿਆਜ਼ੇ ਨੇ ਜਿਹੜਾ ਆਪਣਾ ਜ਼ੋਰ ਦਿੱਤਾ ਉਹ ਕਿਤੇ ਦਿੱਤਾ? ਉਹ ਦਿੱਤਾ ਸਕੈਮਾਂ 'ਤੇ। ਠੀਕ ਹੈ, ਸਕੈਮਾਂ 'ਤੇ ਜ਼ੋਰ ਦਿੱਤਾ ਪਿਆਜ਼ੇ ਨੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਪ੍ਰੋਸੈਸ ਆਫ ਅਡੈਪਸ਼ਨ, ਅਨੁਕੂਲਣ ਦੀ ਪ੍ਰਕਿਰਿਆ। ਠੀਕ ਹੈ ਜੀ, ਤਾਂ ਬੱਚੇ ਅਨੁਕੂਲਣ ਮਤਲਬ ਉਹ ਨਵੀਂ ਨਵੀਂ ਇਨਫੋਰਮੇਸ਼ਨ ਐਡ ਕਰਦੇ ਨੇ, ਪਰਿਸਥਿਤੀ ਦੇ ਅਨੁਕੂਲ ਉਹ ਸਿਚੁਏਸ਼ਨ ਦੇ ਅਕੋਰਡਿੰਗ ਉਹ ਸਿੱਖਦੇ ਨੇ। ਠੀਕ ਹੈ, ਤਾਂ ਪ੍ਰੋਸੈਸ ਆਫ ਅਡੈਪਸ਼ਨ ਆਊਗਾ, ਇਹ ਤੁਸੀਂ ਯਾਦ ਰੱਖਿਓ। ਜੇ ਪਿਆਜ਼ੇ ਦੇ ਅਨੁਸਾਰ ਬੱਚਾ ਪੁੱਛਿਆ ਕਿ ਬੱਚੇ ਕਿਸ ਦੁਆਰਾ ਸਿੱਖਦੇ ਨੇ, ਪ੍ਰੋਸੈਸ ਆਫ ਅਡੈਪਸ਼ਨ। ਠੀਕ ਹੈ, ਆਨਸਰ ਨੰਬਰ 2 ਆਊਗਾ ਇਹਦਾ, ਅਨੁਕੂਲਣ ਦੀ ਪ੍ਰਕਿਰਿਆ ਦੁਆਰਾ ਸਿੱਖਦੇ ਨੇ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਸਕੈਫੋਲਡਿੰਗ ਨਾਲ ਪਿਆਜ਼ੇ ਦਾ ਕੋਈ ਲੈਣਾ ਦੇਣਾ ਨਹੀਂ ਸੀ। ਠੀਕ ਹੈ, ਸੈਲਫ ਕੰਟਰੋਲ, ਤਾਂ ਬੱਚੇ ਇਹ ਚੀਜ਼ ਇਹ ਤਾਂ ਬਾਅਦ 'ਚ ਆਉਂਦੀਆਂ ਨੇ ਇਹ ਗੱਲਾਂ। ਠੀਕ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਪ੍ਰੋਸੈਸ ਆਫ ਅਡੈਪਸ਼ਨ, ਅਨੁਕੂਲਣ ਨਾਲ ਜਿਹੜਾ ਪਿਆਜ਼ੇ ਦਾ ਸੰਬੰਧ ਹੈ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੌਧਿਕ ਯੋਗਤਾ ਜਿਹੜੀ ਪੂਰਵ ਬਾਲ ਅਵਸਥਾ ਵਿੱਚ ਹੁੰਦੀ ਹੈ, ਦੀ ਕੋਗਨੀਟਿਵ ਐਬਿਲਿਟੀ
that comes under pre-operational stage, goal directed behavior, understand others, anxiety ਜਾਂ all of the above। ਪੂਰਵ ਬਾਲ ਅਵਸਥਾ ਦੇ ਵਿੱਚ ਕੀ ਵਾਪਰਦਾ ਹੈ, ਠੀਕ ਹੈ। ਪ੍ਰੀ ਆਪਰੇਸ਼ਨਲ ਸਟੇਜ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚ ਕੀ ਹੁੰਦਾ ਹੈਗਾ, ਬੱਚੇ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਨੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਗੋਲ ਡਾਇਰੈਕਟਡ ਬਿਹੇਵੀਅਰ, ਟੀਚਾ ਕੇਂਦਰਿਤ ਵਿਵਹਾਰ। ਮਤਲਬ ਉਹ ਆਪਣੇ ਗੋਲ 'ਤੇ ਹੁੰਦੇ ਨੇ, ਠੀਕ ਹੈ। ਉਹਨਾਂ ਨੇ ਜੋ ਕੰਮ ਕਰਨਾ ਹੁੰਦਾ ਉਹ ਆਪਣੇ ਗੋਲ 'ਤੇ ਮਤਲਬ ਹੁੰਦੇ ਨੇਗੇ। ਜਿਹੜਾ ਉਹਨਾਂ ਦਾ ਧਿਆਨ ਹੁੰਦਾ ਉਹ ਆਪਣੇ ਗੋਲ 'ਤੇ ਕੇਂਦਰਿਤ ਹੁੰਦਾ, ਆਪਣੇ ਟੀਚੇ 'ਤੇ ਉਹਨਾਂ ਦਾ ਧਿਆਨ ਕੇਂਦਰਿਤ ਹੁੰਦਾ। ਬਾਕੀ ਉਹਨਾਂ ਨੇ ਕਿਸੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਅੰਡਰਸਟੈਂਡ ਅਦਰਸ ਇਹਦੇ ਵਿੱਚ ਕਦੇ ਵੀ ਨਹੀਂ ਆ ਸਕਦਾ, ਕਿਉਂਕਿ ਅੰਡਰਸਟੈਂਡ ਇੰਨਾ ਤਾਂ ਉਹਨਾਂ ਵਿੱਚ ਸਮਝ ਹੀ ਨਹੀਂ ਹੁੰਦੀ, ਇੰਨਾ ਤਾਂ ਉਹ ਸਮਝ ਹੀ ਨਹੀਂ ਸਕਦੇ, ਠੀਕ ਹੈ। ਦੂਜਿਆਂ ਨੂੰ ਸਮਝਣਾ ਤਾਂ ਇਹ ਤਾਂ ਅੱਗੇ ਕੰਕਰੀਟ ਆਪਰੇਸ਼ਨਲ ਵਾਲਾ ਆ ਗਿਆ ਹੈ ਨਾ, ਤਾਂ ਦੂਜਿਆਂ ਨੂੰ ਨਹੀਂ ਉਹ ਸਮਝ ਸਕਦੇ, ਇੰਨੀ ਉਹਨਾਂ ਦੇ ਵਿੱਚ ਸਮਝ ਨਹੀਂ ਹੁੰਦੀ। ਤਾਂ ਉਹ ਗੋਲ ਡਾਇਰੈਕਟ ਮਤਲਬ ਉਹ ਆਪਣੇ ਆਪ ਤੱਕ ਸੀਮਿਤ ਰਹਿੰਦੇ ਨੇ, ਠੀਕ ਹੈ, ਆਪਣੇ ਕੰਮ ਤੱਕ ਹੀ ਉਹਨਾਂ ਨੂੰ ਹੁੰਦਾ, ਠੀਕ ਹੈ। ਤਾਂ ਐਨਗਜ਼ਾਈਟੀ ਤਾਂ ਆਪਣੀ ਅਡੋਲੈਸੈਂਸ ਦੇ ਵਿੱਚ ਜਾ ਕੇ ਆਉਂਦੀ ਹੈ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਗੋਲ ਡਾਇਰੈਕਟਡ ਬਿਹੇਵੀਅਰ। ਉਹ ਆਪਣੇ ਆਪ ਤੱਕ ਹੀ ਕੇਂਦਰਿਤ ਹੁੰਦੇ ਨੇ, ਠੀਕ ਹੈ, ਉਹਨਾਂ ਦਾ ਆਪਣੇ ਗੋਲ ਤੱਕ ਕੇਂਦਰਿਤ ਰਹਿੰਦੇ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜੈਨੇਟਿਕ ਗਿਆਨ ਵਿਗਿਆਨ ਦੀ ਧਾਰਨਾ ਕਿਸ ਦੀ ਹੈ। ਤਾਂ ਇਹੋ ਜਿਹੀਆਂ ਜਿਹੜੀਆਂ ਥਿਊਰੀਜ਼ ਨੇ, ਕਨਸੈਪਟ ਨੇ, ਤੁਹਾਨੂੰ ਪੁੱਛੇ ਜਾ ਸਕਦੇ ਨੇ। ਦੀ ਕਨਸੈਪਟ ਆਫ ਜੈਨੇਟਿਕ ਐਪੀਸਟੈਮੋਲੋਜੀ ਇਜ਼ ਗਿਵਨ ਬਾਏ, ਠੀਕ ਹੈ। ਜੈਨੇਟਿਕ ਗਿਆਨ ਵਿਗਿਆਨ ਦੀ ਧਾਰਨਾ ਕਿਸ ਦੀ ਹੈ, ਕੋਹਲਬਰਗ, ਬਿਨੈ, ਜੀਨ ਪਿਆਜੇ ਜਾਂ ਵਾਈਗੋਸਕੀ। ਜੈਨੇਟਿਕ ਗਿਆਨ ਵਿਗਿਆਨ ਦੀ ਧਾਰਨਾ ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਇਹ ਥਿਊਰੀ ਤੁਹਾਨੂੰ ਪੁੱਛੀ ਜਾ ਸਕਦੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਜੀਨ ਪਿਆਜੇ ਦੀ ਥਿਊਰੀ ਹੈ, ਠੀਕ ਹੈ ਜੀ। ਇਹ ਤਾਂ ਜੈਨੇਟਿਕ ਐਪੀਸਟੈਮੋਲੋਜੀ ਦੀ ਜਿਹੜੀ ਥਿਊਰੀ ਹੈ ਇਹ ਹੈ ਜੀਨ ਪਿਆਜੇ, ਇਹ ਤੁਸੀਂ ਯਾਦ ਰੱਖਿਓ, ਜੀਨ ਪਿਆਜੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ZPD ਵਿਕਾਸ ਕਿਸ ਨਾਲ ਸੰਬੰਧਿਤ ਹੈ। ਦੀ ZPD ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਇਹਦੀ ਜਿਹੜੀ ਫੁੱਲ ਫਾਰਮ ਹੈ ਉਹ ਹੈ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਜ਼ ਰਿਲੇਟਡ ਟੂ, ਠੀਕ ਹੈ। ਤਾਂ ਇਹ ZPD ਆਪਾਂ ਕਿਹਦੇ ਲਈ ਵਰਤਦੇ ਹਾਂ, ਸੈਲਫ ਗਾਈਡੈਂਸ ਲਈ, ਅਡਲਟ ਗਾਈਡੈਂਸ ਲਈ, ਬੋਥ ਆਫ ਦੀ ਅਬਵ ਜਾਂ ਨਨ ਆਫ ਦੀ ਅਬਵ। ZPD ਦਾ ਜਿਹੜਾ ਵਿਕਾਸ ਹੈ ਉਹ ਕਿਸ ਨਾਲ ਸੰਬੰਧਿਤ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਅਡਲਟ ਗਾਈਡੈਂਸ। ਮਤਲਬ ਜਦੋਂ ਬੱਚੇ ਨੂੰ ਅਡਲਟ ਬੰਦਾ, ਠੀਕ ਹੈ, ਜਿਹੜਾ ਇੱਕ ਅਡਲਟ ਹੁੰਦਾ ਉਹ ਉਹਨੂੰ ਗਾਈਡ ਕਰਦਾ ਤਾਂ ਉਹਨੂੰ ਕਿਹਾ ਜਾਂਦਾ ZPD, ਠੀਕ ਹੈ। ਜਦੋਂ ਛੋਟੇ ਬੱਚੇ ਨੂੰ ਇੱਕ ਅਡਲਟ ਗਾਈਡ ਕਰਦਾ, ਠੀਕ ਹੈ, ਤਾਂ ਉਹਨੂੰ ZPD ਕਿਹਾ ਜਾਂਦਾ। ਅਤੇ ਇਹਦਾ ਆਨਸਰ ਆਊਗਾ ਦੂਸਰਾ, ਆਨਸਰ ਨੰਬਰ 2, ਅਡਲਟ ਗਾਈਡੈਂਸ। ਬਾਲਗ ਦੁਆਰਾ ਜਦੋਂ ਆਪਣਾ ਮਾਰਗਦਰਸ਼ਨ ਬੱਚੇ ਦਾ ਕੀਤਾ ਜਾਂਦਾ ਤਾਂ ਉਹਨੂੰ ZPD ਕਿਹਾ ਜਾਂਦਾ, ਠੀਕ ਹੈ। ਤੁਸੀਂ ਯਾਦ ਰੱਖਿਓ, ਤੁਹਾਨੂੰ ਪੁੱਛਿਆ ਜਾ ਸਕਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ ਨੈਤਿਕ ਵਿਕਾਸ ਦਾ ਸਿਧਾਂਤ ਕਿਸ ਦਾ। ਦੀ ਥਿਊਰੀ ਆਫ ਮੋਰਲ ਡਿਵੈਲਪਮੈਂਟ ਇਜ਼ ਗਿਵਨ ਬਾਏ ਹੂਮ, ਠੀਕ ਹੈ। ਨੈਤਿਕ ਵਿਕਾਸ ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਜੀਨ ਪਿਆਜੇ, ਕੋਹਲਬਰਗ, ਵਾਈਗੋਸਕੀ ਜਾਂ ਬਿਨੈ। ਸਿਧਾਂਤ, ਥਿਊਰੀਜ਼ ਜੋ ਟਰਮਜ਼ ਨੇ ਇਹ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ, ਠੀਕ ਹੈ। ਅਤੇ ਆਪਾਂ ਸਾਰੀਆਂ ਤੁਹਾਨੂੰ ਕਵਰ ਕਰਵਾਵਾਂਗੇ, ਆਪਣੇ ਨਾਲ ਜੁੜੇ ਰਹੋ ਚੈਨਲ ਦੇ ਨਾਲ। ਤਾਂ ਜੇ ਤੁਸੀਂ SST ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਪੈਰਲਲ ਬੈਚ ਚੱਲ ਰਹੇ ਨੇ, ਠੀਕ ਹੈ, ਜੋਗਰਾਫੀ, ਪੋਲਿਟੀ ਅਤੇ ਮਾਡਰਨ ਹਿਸਟਰੀ ਦਾ। ਅਤੇ ਬਾਕੀ ਆਪਾਂ ਔਨ ਦੀ ਵੇ ਨੇ ਸਾਰੇ ਬੈਚ, ਤਾਂ ਉਹ ਵੀ ਤੁਸੀਂ ਆਪਣੀ SST ਦੀ ਤਿਆਰੀ ਵਧੀਆ ਕਰੋ, ਕਿਉਂਕਿ SST ਦੀ ਵੇਟੇਜ CDP ਨਾਲੋਂ ਬਹੁਤ ਜ਼ਿਆਦਾ ਹੈ। 60 ਨੰਬਰ ਦੀ ਆਪਣੀ SST ਆਉਣੀ ਆਪਾਂ ਨੂੰ, ਤਾਂ ਉਹਦੇ ਵਿੱਚੋਂ ਵੀ ਤੁਹਾਡਾ ਸਕੋਰ ਕਰਨਾ ਬਣਦਾ। ਤਾਂ ਉਹ ਤੁਸੀਂ ਤਿਆਰੀ ਜੇ ਕਰਨੀ ਹੈ ਤਾਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਪੋਲਿਟੀ, ਹਿਸਟਰੀ ਅਤੇ ਜੋਗਰਾਫੀ ਦੀਆਂ ਸਾਰੀਆਂ ਵੀਡੀਓ ਲਗਾਓ, ਤੁਹਾਨੂੰ ਬਹੁਤ ਫਾਇਦਾ ਦੇਣਗੀਆਂ, ਠੀਕ ਹੈ ਜੀ। ਤਾਂ ਜਿਹੜਾ ਆਪਣਾ ਨੈਤਿਕ ਵਿਕਾਸ ਦਾ ਸਿਧਾਂਤ ਹੈ ਤਾਂ ਇਹ ਆਪਾਂ ਨੂੰ ਦਿੱਤਾ ਹੈਗਾ ਆਨਸਰ ਨੰਬਰ 2, ਕੋਹਲਬਰਗ ਨੇ ਦਿੱਤਾ ਇਹ ਆਪਾਂ ਨੂੰ ਸਿਧਾਂਤ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਨੈਤਿਕ ਵਿਕਾਸ ਦਾ ਸਿਧਾਂਤ ਕਿਹਦਾ, ਕੋਹਲਬਰਗ ਦਾ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਆਪਾਂ ਇੱਥੇ ਐਂਡ ਕਰਦੇ ਹਾਂ, ਠੀਕ ਹੈ। 15 ਕੁਐਸਚਨ ਆਪਣੇ ਪੂਰੇ ਹੋ ਗਏ। ਵੀਡੀਓ ਨੂੰ ਰਿਵਾਈਜ਼ ਕਰ ਲਿਓ 2-3 ਵਾਰ, ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣ। ਇਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਹੈ ਤੁਹਾਨੂੰ ਦੇਖਣ ਨੂੰ ਮਿਲਣਗੇ ਟੈਟ ਦੇ ਵਿੱਚ, ਠੀਕ ਹੈ ਜੀ। ਤਾਂ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣਗੇ। ਅਤੇ ਆਪਣੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰੋ, ਨੋਟਸ ਆਪਣੇ ਖੁਦ ਬਣਾਓ। ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰਦਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ। ਵੀਡੀਓ ਨੂੰ ਲਾਈਕ ਕਰਨ ਦਾ ਮੰਤਵ ਇਹ ਹੁੰਦਾ ਕਿ ਵੀਡੀਓ ਨੂੰ ਤੁਹਾਡੇ ਇੱਕ ਲਾਈਕ ਨਾਲ ਸਾਡੀ ਐਪਰੀਸੀਏਸ਼ਨ ਵੱਧਦੀ ਹੈ, ਠੀਕ ਹੈ, ਸਾਨੂੰ ਹੋਰ ਮਿਹਨਤ ਕਰਨ ਦਾ ਜਿਹੜਾ ਹੁੰਗਾਰਾ ਮਿਲਦਾ, ਠੀਕ ਹੈ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅਤੇ ਅੱਗੇ ਸ਼ੇਅਰ ਕਰਦਿਆ ਕਰੋ, ਠੀਕ ਹੈ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।